हाँ जी स्टूडेंट्स, कोई दस सकता है? एनी स्टूडेंट बायो-सैवर्ट्स लॉ की कहंदा सीगा? सर मैग्नेटिक फील्ड बारे दसदा सी स्मॉल अमाउंट की स्टेटमेंट सी ਉਹਦੀ? ਕਰੰਟ ਐਲੀਮੈਂਟ ਦੇ ਵਿੱਚੋਂ ਜੇਕਰ ਆਪਾਂ ਨੇ ਮੈਗਨੈਟਿਕ ਫੀਲਡ ਦੇਖਣੀ ਹੈ ਤਾਂ ਉਹ DI L ਤੇ sin ਥੀਟਾ ਦੇ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਤੇ r ਸਕੁਅਰ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ ਉਹਦੀ ਮੈਗਨੈਟਿਕ ਫੀਲਡ। अच्छा ठीक है बिल्कुल ठीक है। अर्श ते मनप्रीत ने आंसर दिता जी दा, बिल्कुल ठीक है। बायो-सैवर्ट्स लॉ कि किसी भी करंट कैरिंग कंडक्टर दे लई जो ਉਹਦੇ ਅਰਾਊਂਡ मैग्नेटिक फील्ड बनता है ਉਹਦੀ स्मॉल अमाउंट ऑफ वैल्यू मतलब स्मॉल एलिमेंट करके स्मॉल अमाउंट ऑफ करंट ਨੂੰ 10000 ਆ म्यूट ਕੱਟ कर दो जी ਦੇਵਾਂਗੇ। इधरों अपने वाली साइड तो ਜਿਹੜੇ ਵੀ मतलब यानी कि बच्चे ਇਹ बोल रहे ने अपनी साइड तो म्यूट कर लो जी। ਤਾਂ ਅਸੀਂ ਸਮॉल ਅਮਾਉਂਟ ਆਫ ਮੈਗਨੈਟਿਕ ਫੀਲਡ ਕੀ ਕੈਲਕੂਲੇਟ ਕਰ ਸਕਦੇ ਹਾਂ। ਤਾਂ ਥੋੜਾ ਜਿਹਾ ਮੈਂ ਦੁਬਾਰਾ ਮਤਲਬ ਕੱਲ ਵਾਲੇ ਪੁਆਇੰਟ ਤੇ ਦੁਬਾਰਾ ਚੱਲਦਾ ਕਿ ਜੇ ਅਗਰ ਸਾਡੇ ਕੋਲ ਇਹ ਕੋਈ ਵੀ ਇੱਕ ਕਰੰਟ ਕੈਰਿੰਗ ਕੰਡਕਟਰ ਹੈ I, ਇਸ ਕਰੰਟ ਕੈਰਿੰਗ ਕੰਡਕਟਰ ਦੇ ਕਰਕੇ ਅਸੀਂ ਕਿਸੇ ਪੁਆਇੰਟ P ਤੇ ਅਗਰ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ ਤਾਂ ਇਹਦੇ ਵਿੱਚ ਅਸੀਂ ਇੱਕ ਸਮॉल ਐਲੀਮੈਂਟ ਕੰਸੀਡਰ ਕਰਦੇ ਹਾਂ ਜਿਹਦਾ ਨਾਮ ਹੁੰਦਾ DL। ਇਹਦੀ डायरेक्शन ਅਸੀਂ करंट वाली डायरेक्शन मतलब अलोंग ਲੈਂਦੇ ਆ ਤੇ ਇਹ ਸਾਡੇ ਕੋਲ डिस्टेंस ਸੀ r, ਇਹਦੇ ਵਿਚਕਾਰ ਐਂਗਲ ਥੀਟਾ ਤੇ ਇਹ ਹੋ ਗਿਆ r ਵੈਕਟਰ। ਤਾਂ ਜਿਹੜਾ db मतलब ਐਟ ਪੁਆਇੰਟ ਜਿਹੜਾ स्मॉल मैग्नेटिक फील्ड ਹੋਏਗਾ ਉਹਦੀ ਵੈਲਿਊ ਕੀ ਹੋਏਗੀ? दैट इज μ0 अपॉन 4 पाई I dl sin थीटा अपॉन r स्क्वायर। ਇਹ ਅਸੀਂ ਕੱਲ ਪੜਿਆ ਸੀ। ਫਿਰ ਅਸੀਂ ਇਹਦੀ ਇੱਕ ਐਪਲੀਕੇਸ਼ਨ ਫਾਈਂਡ ਕਰ ਲਈ ਸੀਗੀ, ਵੀ ਸੋਲਵ ਕਰ ਲਈ ਸੀਗੀ। ਠੀਕ ਹੈ, ਮੈਗਨੈਟਿਕ ਫੀਲਡ ਫਾਈਂਡ ਕਰਨਾ ਡਿਊ ਟੂ ਅ ਸਟੇਟ ਕੰਡਕਟਰ। ਤਾਂ ਉਹ ਕੀ ਸੀਗਾ? B ਇਜ਼ ਇਕੁਅਲ ਟੂ μ0 अपॉन 4 पाई I अपॉन r sin phi1 plus sin phi2। ठीक है जी, ਜਿਹੜਾ ਮੈਨੂੰ ਲੱਗਦਾ ਕੱਲ ਆਪਾਂ ਕੀਤਾ ਸੀ ਉੱਥੇ ਮੈਂ A ਲਿਖਵਾਇਆ ਸੀ ਇੱਥੇ ਤਾਂ I upon A। ਹਾਂਜੀ, ਤਾਂ ਅਸੀਂ ਆ ਐਕਸਪ੍ਰੈਸ਼ਨ ਕੱਲ ਕੀਤਾ ਸੀ। ਹੁਣ ਇਸ ਐਕਸਪ੍ਰੈਸ਼ਨ ਨੂੰ ਥੋੜਾ ਜਿਹਾ ਸਮਝਾਂਗੇ ਅੱਗੇ ਜਾ ਕੇ ਵੀ ਇਹਦੇ ਵਿੱਚ ਸਾਨੂੰ ਹੋਰ ਕੀ ਕੁਝ ਸਿੱਖਣ ਨੂੰ ਮਿਲਦਾ ਹੈ ਨਾ। ਤਾਂ ਪਹਿਲਾਂ ਤਾਂ ਕੀ ਹੈ, ਇਹਦੇ ਕੁਝ ਸਪੈਸ਼ਲ ਕੇਸਿਸ ਆਪਾਂ ਡਿਸਕਸ ਕਰਾਂਗੇ। ਡੈਰੀਵੇਸ਼ਨ ਸਮਝ ਲੱਗੀ ਸਾਰਿਆਂ ਨੂੰ? ਯੈਸ ਸਰ। ਓਕੇ, ਤਾਂ ਫਸਟ ਜਿਹੜਾ ਕੇਸ ਹੈਗਾ ਜੀ ਉਹ ਅਸੀਂ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ ਡਿਊ ਟੂ ਇਨਫਾਈਨਾਈਟ ਲੌਂਗ straight current carrying conductor। ਇਨਫਾਈਨਾਈਟ ਲੌਂਗ ਅਗਰ ਸਾਡੇ ਕੋਲ ਇੱਕ ਸਟ੍ਰੇਟ ਕੰਡਕਟਰ ਹੈ ਉਹਦੇ ਕਰਕੇ ਅਸੀਂ ਕੀ ਹੈ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ। ਤਾਂ ਇਨਫਾਈਨਾਈਟ ਲੌਂਗ ਕੰਡਕਟਰ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਸਮਝਦੇ ਹਾਂ। ਦੇਖੋ ਇਨਫਾਈਨਾਈਟ ਲੌਂਗ ਦਾ ਮਤਲਬ ਕੀ ਹੁੰਦਾ? ਜਿਵੇਂ ਮੰਨ ਲਓ ਆ ਕੋਈ ਕੰਡਕਟਰ ਹੈ, ਆ ਦੇਖੋ ਇਹਦੇ ਵਿੱਚ ਥੋੜੀ ਬਸ ਡਰਾਇੰਗ ਦੀ ਹੌਲੀ ਹੌਲੀ ਹੱਥ ਸਾਫ਼ ਹੋਊਗਾ। ਜੇ ਮੰਨ ਲਓ ਆ ਇੱਕ ਕੰਡਕਟਰ ਹੈ ਨਾ, ਇਹਦੇ ਦੋ ਐਂਡ ਪੁਆਇੰਟਸ ਨੇ। ਤਾਂ ਇੱਕ ਸਾਡੇ ਕੋਲ ਸੈਂਟਰ ਵਾਲਾ ਪੁਆਇੰਟ ਸੀਗਾ ਜਿੱਥੇ ਆ ਪੁਆਇੰਟ ਅਸੀਂ P ਲਿਖਿਆ ਸੀਗਾ। ਇਸ ਐਂਡ ਪੁਆਇੰਟ ਤੋਂ ਅਸੀਂ ਇੱਕ ਐਂਗਲ ਬਣਾਇਆ ਸੀਗਾ। ਦਿਸ ਐਂਗਲ ਇਜ਼ ਨੋਨ ਐਜ਼ phi1 ਤੇ ਇਸ ਐਂਡ ਪੁਆਇੰਟ ਤੋਂ ਜਿਹੜਾ ਇਹ ਐਂਗਲ ਸੀਗਾ that is phi2। ਹੁਣ ਦੇਖੋ ਅਗਰ ਮੈਂ ਇਸ ਕੰਡਕਟਰ ਦੀ ਲੈਂਥ ਨੂੰ ਇਨਕਰੀਜ਼ ਕਰਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ phi1 phi2 ਜਿਹੜਾ ਐਂਗਲ ਹੈ
वो इंक्रीज होएगा या डिक्रीज होएगा? दैट मीनस एंड पॉइंट से हो गए, इथों एक असीं एक लाइन ड्रॉ करांगे, सिमिलरली इस एंड पॉइंट तो असीं इस तरीके दे नाल लाइन ड्रॉ करांगे। देखो हुण आ एंगल हो गया φ1, ये एंगल हो गया φ2। तो हुण तुसीं सोच के दसो कि पहला वाला एंगल दे नालों ए वाला एंगल इंक्रीज हो गया या डिक्रीज हो गया? इंक्रीज इंक्रीज हो गया। वेरी गुड। अच्छा जी मैं इस तो भी ज्यादा लेंथ दा कंडक्टर कंसीडर करा, आ पॉइंट P, ਇਹਦਾ मतलब ਇਹਦੇ एंड पॉइंट ਨਾਲ अगर मैं ਇਹਨੂੰ ਕੀ है मीट करावां ਇਹਨੂੰ, तो ਜਿਹੜਾ A वाला एंगल है मतलब φ1 ਤੇ एंगल φ2 ਹੋਰ ਜ਼ਿਆਦਾ इंक्रीज होएगा। ਇਹਦਾ मतलब ਕੀ है कि ਜਿਵੇਂ ਜਿਵੇਂ ਅਸੀਂ ਲੈਂਥ ਆਫ ਕੰਡਕਟਰ इंक्रीज करते जा रहे हैं, ਜਿਵੇਂ ਜਿਵੇਂ L इंक्रीज ਹੁੰਦੀ ਜਾ ਰਹੀ है, तो ਜਿਹੜਾ φ एंगल है वो भी इंक्रीज ਹੁੰਦਾ जा रहा है। सोच के देखो अगर साडे कोल एक कंडक्टर इनफानाइट लॉन्ग होवे, इनफानाइट लॉन्ग कंडक्टर, अगर इनफानाइट लॉन्ग कंडक्टर साडे कोले है, इनफानाइट लॉन्ग कंडक्टर केड़ा हुंदा है? जेड़ा एंडलैस होवे। ਤਾਂ ਤੁਸੀਂ ਮੈਨੂੰ सोच के दस सकते हो कि ਉਹਦੇ ਲਈ φ1 ਤੇ φ2 ਜਿਹੜੇ एंगल है ਉਹਦੀ वैल्यू कितनी होएगी? इनफानाइट लॉन्ग शायद 90 सर। हाँ वेरी गुड, बिल्कुल 90 इज द राइट आंसर। देखो जेडी जेडी की है लेंथ है जेडी कंडक्टर दी जो इनफानाइट होएगी, दैट मीन सानू एंड पॉइंट्स ਉਹਦੇ नहीं पता होणगे। जेड़ा ए वाला एंगल है ये लगातार इंक्रीज हो जाएगा, इंक्रीज हो जाएगा, इंक्रीज हो जाएगा। दैट मीनस ए वाला लाइन जेडी की ਅਸੀਂ ड्रॉ करते हैं बिल्कुल की हो जाएगी इस लाइन ਦੇ पैरेलल, क्योंकि जो देखो पैरेलल लाइंस होणगियां तो किसी भी पॉइंट ਤੇ जाके मीट नहीं करनगियां। ਤੇ ਜਿਹੜਾ ਇਨਫਾਈਨਾਈਟ ਲੌਂਗ ਕੰਡਕਟਰ ਹੁੰਦਾ ਹੈ ਉਹਦਾ ਸਾਨੂੰ ਕੀ ਹੈ ਪਤਾ ਵੀ ਐਂਡਲੈਸ ਹੈ, ਉਹਦਾ ਕੋਈ ਐਂਡ ਨਹੀਂ ਹੈਗਾ। ਦੈਟ ਮੀਨਸ ਅਸੀਂ ਉਹਨੂੰ ਕਿਸੇ ਪੁਆਇੰਟ ਤੇ ਮੀਟ ਨਹੀਂ ਕਰਵਾ ਸਕਦੇ। ਤਾਂ ਉਹਦੇ ਲਈ φ1 ਤੇ ਜਿਹੜਾ φ2 ਦੇ ਜਿਹੜੇ ਐਂਗਲਸ ਨੇ ਉਹ ਦੋਨੋਂ 90 ਡਿਗਰੀ ਦੇ ਹੁੰਦੇ ਨੇ। ਕਿੰਨੇ ਹੁੰਦੇ ਨੇ ਉਹ? 90 ਡਿਗਰੀ। ਬਸ ਇਹੀ ਚੀਜ਼ ਧਿਆਨ ਨਾਲ ਸਮਝਣੀ ਹੈਗੀ ਕਿ ਜਿਹੜਾ ਇਨਫਾਈਨਾਈਟ ਲੌਂਗ ਸਟੇਟ ਕੰਡਕਟਰ ਸੀਗਾ ਉਹਦੇ ਲਈ φ1 ਕਿੰਨਾ ਹੈ? 90 डिग्री, φ2 कितना है? 90 डिग्री। तो इस जर्नल फॉर्मूले ਨੂੰ ਅਸੀਂ ਮੋਡੀਫਾਈ ਕਰ ਲਵਾਂਗੇ ਤੇ ਆ ਜਾਂਦਾ b is equal to mu naught upon 4 pi I upon a। देखो sin 91 plus sin 91, that means फॉर्मूला की बन गया b is equal to mu naught upon 4 pi 2I upon a। लो जी, this is the formula to calculate magnetic field due to infinite long straight conductor। ਜਦੋਂ ਤੁਹਾਨੂੰ numerical ਦੇ ਵਿੱਚ ਇਹ ਕਿਹਾ ਹੋਇਆ ਨਾ, ਮਤਲਬ ਤੁਹਾਨੂੰ ਕਿਸੇ ਕੰਡਕਟਰ ਦੀ ਲੈਂਥ ਗਿਵਨ ਨਹੀਂ ਹੈਗੀ, ਇਹਦਾ ਮਤਲਬ ਤੁਸੀਂ ਸਮਝ ਲਿਓ ਵੀ ਉਹ ਇਨਫਾਈਨਾਈਟ ਲੌਂਗ ਕੰਡਕਟਰ ਹੈ। ਤੇ ਇਹ ਵਾਲਾ ਫਾਰਮੂਲਾ ਕਿੱਥੇ ਅਪਲਾਈ ਕਰਨਾਗੇ? ਇਹ ਆਪਾਂ ਨੂੰ ਇੱਕ ਫਾਈਨਾਈਟ ਲੈਂਥ ਦਿੱਤੀ ਹੋਏਗੀ ਕੰਡਕਟਰ ਦੀ, ਕੋਈ ਪੁਆਇੰਟ P ਹੋਊਗਾ ਤੇ ਇਹ ਵਾਲੇ ਤੁਹਾਨੂੰ ਐਂਗਲ ਗਿਵਨ ਹੋਣਗੇ। मान लो जिवें ए वाला एंगल 45 है, ए वाला एंगल मान लो 45 है, ਇਹਦਾ मतलब sin φ1 sin φ2 ਦੀ ਵੈਲਿਊ ਤੁਹਾਨੂੰ ਕੀ ਹੈ ਗਿਵਨ ਹੈ, ਕਿੰਨੀ ਹੈ 45 45। ਤਾਂ ਤੁਸੀਂ ਇਸ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰ ਦਿਓ ਤਾਂ ਇਸ ਕੰਡਕਟਰ ਦੀ ਜਿਹਦੇ ਵਿੱਚੋਂ ਕਰੰਟ I ਫਲੋ ਕਰ ਰਿਹਾ ਹੋਊਗਾ ਉਹਦੇ ਕਰਕੇ ਕਿੰਨਾ ਮੈਗਨੈਟਿਕ ਫੀਲਡ ਹੈ ਇਸ ਪੁਆਇੰਟ P ਤੇ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਬਟ ਅਗਰ ਇਨਫਾਈਨਾਈਟ ਲੌਂਗ ਕੰਡਕਟਰ ਹੈ ਤਾਂ ਸਾਨੂੰ ਦੋਨੋਂ ਐਂਗਲਸ ਕਿੰਨੇ ਪੁੱਟ ਕਰਨੇ ਪੈਣਗੇ? 90। ਫਿਰ ਇਹ ਫਾਰਮੂਲਾ ਬਣ। देखो जी क्लियर है सारे नू? यस समझ आ रहा है जी सारे नू? यस सर।
एक बारी सारे मतलब जरूर थोड़ा जा जरूर मैनू हौसला दिओ जी, भी सारिਆਂ ਨੂੰ समझ लग रहा है? यस Yes, sir. Yes, sir. ओके ठीक है जी, फिर ठीक है। उस तो बाद सैकेंड केस की ਆਪਾਂ ਗੱਲ ਕਰਦੇ ਹਾਂ। ਇਹ ਹੋ ਗਿਆ फर्स्ट केस। ਸੈਕਿੰਡ ਕੇਸ ਕੀ ਹੈ, ਅਗਰ ਮੰਨ ਲਓ ਤੁਹਾਡੇ ਕੋਲੇ ਇੱਕ ਇਨਫਾਈਨਾਈਟ ਲੌਂਗ ਕੰਡਕਟਰ ਹੈ ਜਿਹਦੇ ਵਿੱਚੋਂ ਕਰੰਟ I ਫਲੋ ਕਰ ਰਿਹਾ, ਇੱਕ ਫਰੰਟ ਇੱਕ ਐਂਡ ਸਾਨੂੰ ਪਤਾ ਹੈ ਇਹਦਾ, मतलब दूसरा की है, इधरों की है इनफाइनाइट लॉन्ग है, एंडलेस है। अगर असी इस पॉइंट दे बिल्कुल फ्रंट ते कोई पॉइंट P है, असी इस पॉइंट ते मैग्नेटिक फील्ड फाइंड करना है। दैट मीन्स की केस बन गया है, मैग्नेटिक फील्ड असी फाइंड करना है इन द फ्रंट एंड ऑफ इनफाइनाइट लॉन्ग करंट कैरिंग स्ट्रेट कंडक्टर। ਤਾਂ ਉਹ ਮੈਗਨੈਟਿਕ ਫੀਲਡ ਦੇਖੋ, ਜਨਰਲ ਫਾਰਮੂਲਾ ਸਾਡੇ ਕੋਲ ਕੀ ਹੈ, B is equal to that is mu naught upon 4 pi I upon A sin phi 1 plus sin phi 2। ਹੁਣ ਤੁਸੀਂ ਇਸ ਡਾਇਗਰਾਮ ਨੂੰ ਦੇਖ ਕੇ ਦੱਸੋ ਆ ਡਿਸਟੈਂਸ ਕਿੰਨਾ A ਹੈ ਕਿ phi 1 ਦੀ ਵੈਲਿਊ ਇੱਥੇ ਕਿੰਨੀ ਹੋਏਗੀ? 0 ਹਾਂਜੀ 0 वेरी गुड, Zero, बहुत sir. अच्छी। phi 1 कितना हो गया 0 एंड phi 2 90 वेरी गुड, क्योंकि ए साइड ये इनफाइनाइट लॉन्ग है तो बिल्कुल ये पैरेलल लाइन ड्रॉ करांगे तो ये वाला एंगल कितना होगा, दैट इज 90 डिग्री। तो phi 2 हो गया 90 डिग्री। इसका मतलब मैग्नेटिक फील्ड B इज इक्वल टू म्यू नॉट अपॉन 4 पाई I अपॉन A साइन phi 1 कितना है 0, साइन 0 0, इतने कितना आ गया 1। तो B is equal to mu naught upon 4 pi I upon A। This is the final answer। तो बच्चे सानू 2 मिनट प्लीज, मैं हाँ जी। ਤਾਂ ਇਹਦੇ ਨਾਲ ਜਿਹੜਾ ਆਪਣਾ ਕੀ ਹੈ ਸਟੇਟ ਕਰੰਟ ਕੈਰਿੰਗ ਕੰਡਕਟਰ ਕਰਕੇ ਮੈਗਨੈਟਿਕ ਫੀਲਡ ਜੋ ਸੀਗਾ ਐਕਸਪ੍ਰੈਸ਼ਨ ਉਹਦੇ ਦੋ ਇਹ ਫਾਰਮੂਲੇ ਹੋ ਗਏ, ਠੀਕ ਹੈ, ਇੱਕ ਸਪੈਸ਼ਲ ਫਾਰਮੂਲਾ ਹੋ ਗਿਆ, ਤਿੰਨ ਇਹਦੇ ਫਾਰਮੂਲੇ ਨੇ ਜਿਹੜੇ ਸਾਡੇ ਕੰਪਲੀਟ ਹੋ ਚੁੱਕੇ ਨੇ। ਨੈਕਸਟ ਆਰਟੀਕਲ ਵੱਲ ਆਪਾਂ ਚੱਲਦੇ ਹਾਂ। ਨੈਕਸਟ ਅਸੀਂ ਫਾਈਂਡ ਕਰਨਾ ਜੀ derive an expression of magnetic field due to a current carrying circular conductor सर्कुलर कंडक्टर दे करके असी की है मैग्नेटिक फील्ड फाइंड करना है। ਇਹਦੇ ਵਿੱਚ ਦੋ ਕੇਸ ਨੇ, ਇੱਕ ਤਾਂ ਹੈਗਾ ਔਨ ਜਾਂ ਔਨ ਦੀ ਜਗ੍ਹਾ ਤੇ ਆਪਾਂ ਲਿਖ ਦਈਏ ਐਟ ਸੈਂਟਰ,
ਉਹ ਸਰਕਲ ਦੇ ਸੈਂਟਰ ਤੇ ਫਾਈਂਡ ਕਰਨਾ ਹੈ ਮੈਗਨੈਟਿਕ ਫੀਲਡ। ਦੂਸਰਾ ਹੈਗਾ ਔਨ ਐਕਸਿਸ, ਇੱਕ ਉਹਦੀ ਐਕਸਿਸ ਤੇ ਫਾਈਂਡ ਕਰਨਾ ਹੈ। ਦੇਖੋ ਐਕਸਿਸ ਵਾਲਾ ਇੱਕ ਆਰਟੀਕਲ ਅਸੀਂ ਇਲੈਕਟ੍ਰਿਕ ਫੀਲਡ ਚੈਪਟਰ ਚ ਵੀ ਕਰਕੇ ਆਏ ਹਾਂ, ਠੀਕ ਹੈ। ਤਾਂ ਉਵੇਂ ਦੀ ਹੀ ਕੁਝ ਡਾਇਗਰਾਮ ਇੱਥੇ ਵੀ ਅਸੀਂ ਬਣਾਵਾਂਗੇ। ਸਭ ਤੋਂ ਪਹਿਲਾਂ ਅਸੀਂ ਕੀ ਹੈ ਐਟ ਸੈਂਟਰ ਵਾਲਾ ਕੀ ਹੈ ਕੁਐਸਚਨ ਕੀ ਹੈ ਕਰਾਂਗੇ। ਐਟ ਸੈਂਟਰ, ਤਾਂ ਜਿਹਦੇ ਲਈ ਕੀ ਆਪਾਂ ਨੂੰ ਇੱਕ ਸਰਕਲ ਚਾਹੀਦਾ ਹੈਗਾ। ਸਪੋਜ਼ ਕਰੋ ਵੀ ਤੁਹਾਡੇ ਕੋਲ ਆ ਇੱਕ ਸਰਕਲ ਹੈ, ਠੀਕ ਹੈ ਜੀ, ਤੇ ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਏਦਾਂ ਐਂਟੀ ਕਲੌਕਵਾਈਜ਼। ਇਹਦਾ ਜਿਹੜਾ ਰੇਡੀਅਸ ਹੈ ਉਹ ਸਪੋਜ਼ ਹੈ r, ठीक है। r इज द रेडियस ऑफ द सर्कल, ठीक है। चाहे इनू a लिख लो, a भी तुसी लिख सकते, a इज द रेडियस, ਤੁਹਾਡੀ ਮਰਜ਼ੀ ਹੈ, ठीक है। ਹੁਣ ਦੇਖੋ ਕਰੰਟ ਇਹਦਾ ਚੱਲ ਰਿਹਾ ਐਂਟੀ ਕਲੌਕਵਾਈਜ਼। ਅਸੀਂ ਇਹ ਸੈਂਟਰ O ਤੇ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ, ਤਾਂ ਅਸੀਂ ਕੀ ਯੂਜ਼ ਕਰਾਂਗੇ ਬਾਇਓ-ਸੇਵਰਟਸ ਲਾਅ। ਅਕੋਰਡਿੰਗ ਟੂ ਬਾਇਓਟ, ਇਹ ਲਿਖਣਾ ਬਹੁਤ ਜ਼ਰੂਰੀ ਹੈ, ਬਾਇਓਟ-ਸੇਵਰਟਸ ਲਾਅ, small amount of magnetic field which is equal to mu naught upon 4 pi IDL upon, ਹੁਣ ਦੇਖੋ ਇੱਥੇ ਜਿਹੜਾ ਡਿਸਟੈਂਸ ਹੁੰਦਾ r ਸਕੁਅਰ, ਹਨਾ। ਚਲੋ ਤੁਸੀਂ ਇਹਨੂੰ r ਸਕੁਅਰ ਹੀ ਲਿਖ ਲਓ, ਫਿਰ ਇੱਥੇ ਕਨਫਿਊਜ਼ ਨਾ ਹੋ ਜਿਓ। ਆਲੋ ਇਹਨੂੰ r ਹੀ ਕਰ ਲਓ, ਤੁਹਾਨੂੰ ਸੌਖਾ ਕਰ ਦਾਂਗੇ। ਇੱਥੋਂ ਕੀ ਆ ਗਿਆ ਇਹ r ਸਕੁਅਰ, ਠੀਕ ਹੈ, ਤੇ ਇਨਟੂ ਕੀ ਹੁੰਦਾ ਆਪਣੇ ਕੋਲ sin ਥੀਟਾ। ਜੇ ਮੈਨੂੰ ਵੈਕਟਰ ਫਾਰਮ ਦੇ ਵਿੱਚ ਲਿਖਾਂ, ਵੈਕਟਰ ਫਾਰਮ, ਤਾਂ ਵੈਕਟਰ ਫਾਰਮ ਚ ਆਪਣੇ ਕੋਲ ਕੀ ਬਣੂਗਾ ਇਹ db ਵੈਕਟਰ is equal to mu naught upon 4 pi I upon r ਦੀ ਕਿਊਬ dl ਵੈਕਟਰ ਕ੍ਰਾਸ r ਵੈਕਟਰ। ਦੇਖੋ ਜੀ ਵੈਕਟਰ ਫਾਰਮ ਕਲੀਅਰ ਹੈ ਸਾਰਿਆਂ ਨੂੰ। Yes. ਤਾਂ ਹੁਣ ਅਸੀਂ ਕਰਨਾ ਕੀ ਹੈ, ਦੇਖੋ ਬਾਇਓ-ਸੇਵਰਟਸ ਲਾਅ ਨੂੰ ਅਸੀਂ ਯੂਜ਼ ਕਰਾਂਗੇ। ਅਸੀਂ ਕੀ ਕਰਾਂਗੇ, ਇਸ ਸਰਕੂਲਰ ਕਰੰਟ ਕੈਰਿੰਗ ਕੰਡਕਟਰ ਦੇ ਵਿੱਚ ਅਸੀਂ ਇੱਕ ਸਮਾਲ ਐਲੀਮੈਂਟ ਕੱਟ ਕਰਾਂਗੇ, that is dl। ਹੁਣ ਦੇਖੋ ਇਸ ਸਮਾਲ ਐਲੀਮੈਂਟ ਦੇ ਲਈ ਮਤਲਬ ਇੱਕ ਸਟ੍ਰੇਟ ਐਲੀਮੈਂਟ ਹੋ ਗਿਆ। ਇਸ ਐਲੀਮੈਂਟ ਦੇ ਲਈ ਅਗਰ ਤੁਸੀਂ ਕਰੰਟ ਦੀ ਡਾਇਰੈਕਸ਼ਨ ਦੇਖਣੀ ਹੋਵੇ ਤਾਂ ਤੁਸੀਂ ਮੈਨੂੰ ਦੱਸੋਗੇ ਇਸ ਪੁਆਇੰਟ ਤੇ ਇਸ ਸਮਾਲ ਐਲੀਮੈਂਟ ਦੇ ਲਈ ਕਰੰਟ ਦੀ ਡਾਇਰੈਕਸ਼ਨ ਕਿਹੜੀ ਸਾਈਡ ਹੋਏਗੀ? ਉੱਪਰ ਵੱਲ ਸਰ। ਮਤਲਬ along the tangent, very good, ਉੱਪਰ ਵੱਲ ਹੋਏਗੀ। that means along the tangent like this I, ठीक है। ਇਹਨੂੰ ਉੱਪਰ ਇਧਰ ਲਿਖ ਲਓ dl ਵੈਕਟਰ। ਅੱਛਾ ਇਹ ਹੋ ਗਿਆ ਆਪਣੇ ਕੋਲੇ r ਵੈਕਟਰ। ਦੋਨਾਂ ਚ ਬੱਚੇ ਐਂਗਲ ਦੇਖੋ ਬੜਾ ਸਾਫ਼-ਸਾਫ਼ ਦਿਖ ਰਿਹਾ, ਕਿੰਨਾ ਐਂਗਲ ਹੈ ਇਹ 90 ਡਿਗਰੀ। that means sin ਕਿੰਨਾ ਹੋ ਜਾਊਗਾ 90। ਤਾਂ ਸਾਡੇ ਕੋਲੇ ਆਹ ਵਾਲੀ ਇਕੁਏਸ਼ਨ ਹੈਗੀ, ਇਕੁਏਸ਼ਨ ਨੰਬਰ 1। ਇਹਦੇ ਵਿੱਚ ਅਸੀਂ ਕੀ ਹੈ ਸਾਈਨ ਦੀ ਵੈਲਿਊ, ਥੀਟਾ ਦੀ ਵੈਲਿਊ ਪੁੱਟ ਕਰ ਦਾਂਗੇ। ਤਾਂ ਆਪਣੇ ਕੋਲੇ ਬੱਚੇ ਕੀ ਆਊਗਾ ਇਹ small amount of magnetic field which is equal to mu naught upon 4 pi IDL upon r square sin कितना हो गया 90 डिग्री। sin 90 अपन पता कितना होता है 1, तो dB is equal to mu naught upon 4 pi IDL upon r square, ठीक है जी। ਤਾਂ ਇਹ ਆਪਣੇ ਕੋਲੇ ਇਕੁਏਸ਼ਨ ਨੰਬਰ 2। ਹੁਣ ਦੇਖੋ ਇਹ ਤਾਂ ਸਮਾਲ ਅਮਾਉਂਟ ਆਫ ਮੈਗਨੈਟਿਕ ਫੀਲਡ ਹੈ ਨਾ,
ਅਸੀਂ ਕੀ ਫਾਈਂਡ ਕਰਨਾ ਟੋਟਲ b, ਤਾਂ ਉਹਦੇ ਵਾਸਤੇ ਕੀ ਕਰਾਂਗੇ ਅਸੀਂ ਇੰਟੀਗ੍ਰੇਟਿੰਗ ਬੋਥ ਸਾਈਡਸ, ਇੰਟੀਗ੍ਰੇਟਿੰਗ both sides। ਜਦੋਂ ਅਸੀਂ ਇਹਨੂੰ ਇੰਟੀਗ੍ਰੇਟ ਕਰਾਂਗੇ ਤਾਂ ਇਧਰ ਆ ਜਾਊ ਇੰਟੀਗ੍ਰੇਸ਼ਨ db, ਇਧਰ ਆ ਗਿਆ ਇੰਟੀਗ੍ਰੇਸ਼ਨ ਦਾ ਸਾਈਨ mu naught upon 4 pi I dl upon r square। ਦੇਖੋ ਵੇਰੀਏਬਲ ਕਿਹੜਾ ਗੱਲਾਂ dl, ਤੇ ਇੱਕ ਸਰਕਲ ਦੇ ਲਈ ਜੇ ਆਪਾਂ ਗੱਲ ਕਰੀਏ, ਦੇਖੋ ਸਰਕਲ ਦੇ ਵਿੱਚ ਅਸੀਂ ਇਹੋ ਜਿਹਾ ਇੱਕ ਸਮਾਲ ਪਾਰਟ ਕੰਸੀਡਰ ਕੀਤਾ ਹੈ, ਤਾਂ ਇਹੋ ਜਿਹੇ ਅਸੀਂ ਬਹੁਤ ਕੀ ਹੈ ਐਲੀਮੈਂਟ ਇਹਦੇ ਵਿੱਚੋਂ dl 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 ਇਦਾਂ ਕੱਟ ਕਰਾਂਗੇ, ਮਤਲਬ ਇਹਦੀ ਅਸੀਂ ਕੀ ਕਰਾਂਗੇ ਫਿਰ ਇੰਟੀਗ੍ਰੇਸ਼ਨ, ਫਿਰ ਸਾਰਿਆਂ ਨੂੰ ਅਸੀਂ ਐਡ ਕਰ ਦਾਂਗੇ। ਤੇ ਇੱਕ ਸਰਕਲ ਦਾ ਪੈਰੀਮੀਟਰ ਆਪਾਂ ਨੂੰ ਪਤਾ ਕਿੰਨਾ ਹੁੰਦਾ ਹੈ 2 pi r, ਇਹਦਾ ਮਤਲਬ ਇਹਦੀ ਜਿਹੜੀ ਲਿਮਿਟਸ ਹੋਣਗੀਆਂ ਉਹ ਕੀ ਹੋਣਗੀਆਂ 0 to 2 pi r। ਇਹਦਾ ਮਤਲਬ ਇਸ ਸਾਈਡ ਕੀ ਬਣ ਗਿਆ ਮੈਗਨੈਟਿਕ ਫੀਲਡ B। ਦੇਖੋ mu naught is a constant, 4 pi is a constant, the value of current is constant, radius भी constant है, ਇਹਦਾ ਮਤਲਬ ਇੰਟੀਗ੍ਰੇਸ਼ਨ ਕਿਹਦੀ ਹੋਏਗੀ ਸਿਰਫ ਔਰ ਸਿਰਫ dl। ਅੱਛਾ dl ਦੀ ਇੰਟੀਗ੍ਰੇਸ਼ਨ ਵੀ ਆਪਾਂ ਨੂੰ ਪਤਾ ਹੈ, ਇਹ ਆ ਗਿਆ ਜੀ mu naught upon 4 pi I upon r square, ਇਹ ਆਪਣੇ ਕੋਲੇ ਹੋਗਾ ਜੀ l। ਇਹਦੇ ਵਿੱਚ ਅਸੀਂ ਅਪਰ ਲਿਮਿਟ ਪੁੱਟ ਕਰ ਦਾਂਗੇ ਮਾਈਨਸ ਲੋਅਰ ਲਿਮਿਟ ਪੁੱਟ ਕਰ ਦਾਂਗੇ, ਤਾਂ ਆਪਣੇ ਕੋਲੇ ਕੀ ਹੈਗਾ b which is equal to mu naught upon 4 pi I upon r square, ਇੱਧਰ ਕੀ ਹੈਗਾ ਜੀ 2 pi r। r ਨਾਲ ਦੇਖੋ r ਕੈਂਸਲ, 2 pi ਨਾਲ ਇਹਨੂੰ ਕੈਂਸਲ ਨਾ ਕਰਿਓ, ਐਜ਼ ਇਟ ਇਜ਼ ਰੱਖਿਓ। ਇਹਦੇ ਨਾਲ ਇੱਕ ਜਰਨਲ ਫਾਰਮੂਲਾ ਅਸੀਂ ਬਣਾ ਲਾਂਗੇ mu naught upon 4 pi I upon r into ਕੀ ਹੋਗਾ ਜੀ 2 pi। This is the formula to calculate magnetic field at center of a circular conductor। देखो ये बच्चे क्लियर है, एनी डाउट, कोई स्टेप ना क्लियर होया होवे तो पूछ सकते हो। हाँ जी बच्चे क्लियर है जी। यस चलो दोबारा तो आप मतलब यानी कि लेक्चर रिकनेक्ट करते हैं, ठीक है।